जो सोची ते बचारी तू जान जीवन दिखारिए हारी तू कोटिया दे हीरा नाम वाले बंदिया कोटिया दे हीरा नाम वाले बंदिया जन्म मार से सौ के नाल गाली बंदिया जन्म मार से सौ के नाल गाली बंदिया झगड़े च मेले तू उठ पाए पारे अमृत वेले तू छड्ड दुनिया दे झगड़े च मेले तू उठ पाए पारे अमृत वेले तू छड्ड दुनिया दे झगड़े च मेले तू उठ पाए पारे अमृत वेले तू छड्ड दुनिया दे झगड़े च मेले तू उठ पाए पारे अमृत वेले तू हरि पौधा है समाना खुजाले बंदिया हरि पौधा है समाना खुजाले बंदिया जम मार से सौ के नाल गाली बंदिया जम मार से सौ के नाल गाली बंदिया
ਮੁੜ ਮੁੜ ਆਉਣਾ ਨਹੀਂ, ਮੋਢਾ ਲੰਮਾ ਸਮਾਂ ਇੱਥੇ ਬਹਿ ਜਿਉਣਾ ਨਹੀਂ। ਵਡਾਰੀਆਂ ਗਦਾਏ ਮੁੜ ਮੁੜ ਆਉਣਾ ਨਹੀਂ, ਬੰਦਾ ਲੰਮਾ ਸਮਾਂ ਇੱਥੇ ਤੈਥੇ ਆਉਣਾ ਨਹੀਂ। ਸਮਾਂ ਰਹਿੰਦਾ ਏ ਤੇ ਸਭਨਾ ਬਣਾ ਲੈ ਬੰਦਿਆ, ਸਮਾਂ ਰਹਿੰਦਾ ਏ ਤੇ ਸਭਨਾ ਬਣਾ ਲੈ ਬੰਦਿਆ, ਜਮ ਮਾਨਸੇ ਸੌ ਕੇ ਨਾਲ ਲਗਾ ਲੈ ਬੰਦਿਆ, ਜਮ ਮਾਨਸੇ ਸੌ ਕੇ ਨਾਲ ਲਗਾ ਲੈ ਬੰਦਿਆ, ਜਮ ਮਾਨਸੇ ਸੌ ਕੇ ਨਾਲ ਲਗਾ ਲੈ ਬੰਦਿਆ। ਵਾਹਿਗੁਰੂ ਵਾਹਿਗੁਰੂ। ਜਗੋ ਜਗਤ ਟਲ ਸਰਬ ਸਤ ਸ਼ਕਤੀਮਾਨ ਸਤਿਗੁਰੂ, ਕੋਟ ਬ੍ਰਹਮੰਡਾਂ ਦੇ ਸਤਿਗੁਰੂ, ਦੀਨ ਦੁਨੀਆ ਦੇ ਮਾਲਕ, ਜਗ ਦੇ ਪਾਲਣਹਾਰੇ ਸ਼ਹਿਨਸ਼ਾਹ ਬਾਦਸ਼ਾਹ, ਸ਼ਬਦ ਗੁਰੂ ਗੁਰਗੱਦੀ ਤੇ ਵਿਰਾਜਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਚਰਨਾਂ ਤੋਂ ਸਬਾਇਮਾਨ ਗੁਰੂ ਕੀ ਪਿਆਰੀ ਗੁਰੂ ਕੀ ਸਤਿਕਾਰੀ ਸਾਧ ਸੰਗਤ, ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਮਿਲ ਕੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਮਹਾਰਾਜ ਦੇ ਇਸ ਦਰਬਾਰ ਦੇ ਅੰਦਰ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਪਨਾ ਕਰ ਲਈਏ ਔਰ ਇਸ ਦਰਬਾਰ ਵਿੱਚ ਬੈਠ ਕੇ ਕੁਝ ਨਾ ਕੁਝ ਲਾਹਾ ਕਰਨ ਲਈਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਜਿੰਨਾ ਸਮਾਂ ਵੀ ਬਹਿਣਾ, ਇਕਾਗਰਚਿਤ ਹੋ ਕੇ ਆਪਣਾ ਮਨ ਆਪਣੇ ਗੁਰੂ ਦੇ ਸਾਹਮਣੇ ਰੱਖ ਕੇ ਕੁਝ ਸਮਾਂ ਆਪਣੇ ਜੀਵਨ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ, ਆਪਣੀਆਂ ਘੜੀਆਂ ਦੇ ਵਿੱਚੋਂ, ਆਪਣੇ ਪਲਾਂ ਦੇ ਵਿੱਚੋਂ ਉਸ ਗੁਰੂ ਦੇ ਲੇਖੇ ਲਾ ਲਈਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਦੇ ਅੰਦਰ ਦੋਵੇਂ ਹੱਥ ਜੋੜ ਕੇ ਸਤਿਗੁਰ ਦੀ ਬਖਸ਼ਿਸ਼ ਕੀਤੀ ਹੋਈ ਫਤਿਹ, ਵਾਹਿਗੁਰੂ ਦਾ ਸਿਮਰਨ ਤੇ ਉਹ ਸਿਧਾਂਤ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹੜਾ ਸਿਧਾਂਤ ਸਦੀਆਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਅੰਦਰ ਸੰਗਤ ਇਕੱਤਰ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਗਜਾਈ ਜਾਵੇ, ਫਿਰ ਕੋਈ ਨਾ ਕੋਈ ਵਿਚਾਰ ਦੀ ਜੋ ਪ੍ਰਾਰੰਭ ਹੁੰਦੀ ਹੈ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਦੇ ਅੰਦਰ ਦੋਵੇਂ ਹੱਥ ਜੋੜ ਕੇ ਸਾਰੀ ਸੰਗਤ ਬੜੇ ਅਦਬ ਸਹਿਤ, ਬੜੇ ਪਿਆਰ ਸਹਿਤ ਤੁਹਾਨੂੰ ਫਤਿਹ ਅਰਜ਼ ਕਰਨ ਲੱਗੇ ਆ। ਆਪ ਸਾਰਿਆਂ ਨੇ ਫਤਿਹ ਦਾ ਜੋਗ ਪੁੱਤਰ ਦੇ ਕੇ ਧੰਨਵਾਦੀ ਬਣਾਉਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਅੰਦਰ ਸੀਸ ਝੁਕਾ ਕੇ ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਹਾਜ਼ਰੀ ਲਵਾਓ। ਬਲਦੀ ਦੀ ਆਪਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਸਰਦਾਰ ਬਲਦੇਵ ਸਿੰਘ ਜੀ ਔਰ ਸਰਦਾਰ ਬੀਬੀ ਬਲਦੀਸ਼ ਕੌਰ ਜੀ, ਉਹਨਾਂ ਦੇ ਪਰਿਵਾਰ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਹਾਂਪੁਰਖਾਂ ਦੇ ਸਥਾਨਾਂ ਤੇ ਕੀਤੀਆਂ ਹੋਈਆਂ ਅਰਦਾਸਾਂ ਨੇ ਘਰ ਦੇ ਅੰਦਰ ਖੁਸ਼ੀਆਂ ਰੌਣਕਾਂ ਖੇੜੇ ਲੈ ਕੇ ਆਉਂਦੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਦੇ ਜਾਪ ਕਰਵਾ ਕੇ ਮਹਾਰਾਜ ਦਾ ਸ਼ੁਕਰਾਨਾ ਧੰਨਵਾਦ ਕਰਨ ਦੀ ਖਾਤਰ ਇਸ ਪਾਵਨ ਦਰਬਾਰ ਦੇ ਅੰਦਰ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਕਰਵਾਈ ਗਈ। ਗੁਰੂ ਚੰਦ ਜੀ ਨੇ ਬੜੇ ਪਿਆਰ ਦੇ ਨਾਲ 3 ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਓਮਕਾਰ ਤੋਂ ਲੈ ਕੇ 18-10-20 ਤੱਕ 1430 ਅੰਗ 31 ਰਾਗ ਆਪ ਸੰਗਤ ਨੂੰ ਬਾਣੀ ਪੜ੍ਹ ਕੇ ਸਰਵਣ ਕਰਵਾਈ। ਫਿਰ ਅਨੰਦ ਸਾਹਿਬ ਦੇ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਤੇ ਸਤ ਦੇ ਪਾਵਨ ਚਰਨਾਂ ਦੇ ਵਿੱਚ ਹੁਕਮਨਾਮਾ ਲਿਆ ਗਿਆ ਹੈ। ਸਮਾਂ ਮਿਲਿਆ ਤੁਹਾਡੇ ਜੋੜੇ ਝਾੜਨ ਦਾ, ਇਤਿਹਾਸ ਰਾਹੀਂ ਤੁਹਾਡੀ ਸੇਵਾ ਕਰਨ ਦਾ। ਜਿੰਨਾ ਸਮਾਂ ਮੈਨੂੰ ਹੁਕਮ ਹੋ ਗਿਆ ਹੈ ਉਹ ਸਮੇਂ ਦੇ ਦੌਰਾਨ ਮੈਂ ਬਹੁਤਾ ਜ਼ਿਆਦਾ ਸਮਾਂ ਨਹੀਂ ਲਵਾਂਗਾ, ਪਰ ਜਿੰਨਾ ਸਮਾਂ ਮੈਨੂੰ ਜ਼ਰੂਰੀ ਚਾਹੀਦਾ ਹੈ ਉਹਨਾਂ ਦੇ ਜ਼ਰੂਰ ਤੁਹਾਡੀ ਸੇਵਾ ਵਿੱਚ ਹਾਜ਼ਰੀ ਭਰਾਂਗਾ। ਕਿਉਂਕਿ ਜਿਹੜਾ ਪ੍ਰਕਰਨ ਮੈਨੂੰ ਹੁਕਮ ਲਾਇਆ ਗਿਆ ਹੈ ਉਸ ਪ੍ਰਕਰਨ ਨੂੰ ਕਹਿਣ ਦੇ ਲਈ ਬੜੀ ਇਕਾਗਰਤਾ ਚਾਹੀਦੀ ਹੈ, ਥੋੜਾ ਸਮਾਂ ਵੀ ਜਿਹੜਾ ਉਹ ਪ੍ਰਕਰਨ ਮੰਗਦਾ ਹੈ। ਇਸ ਕਰਕੇ ਤੁਹਾਡੇ ਚਰਨਾਂ ਦੇ ਅੰਦਰ ਅਰਦਾਸ ਇਹ ਮੈਂ ਬੇਨਤੀ ਕਰ ਰਿਹਾ ਦੋਵੇਂ ਹੱਥ ਜੋੜ ਕੇ ਆਪਨੇ ਬੜੇ ਇਕਾਗਰਚਿਤ ਹੋ ਕੇ ਆਪਣੇ ਗੁਰੂ ਦਾ ਇਤਿਹਾਸ ਸਰਵਣ ਕਰਨਾ ਹੈ। ਜਿਹੜਾ ਮੈਨੂੰ ਹੁਕਮ ਲਾਇਆ ਗਿਆ ਹੈ ਉਹ ਬਹੁਤ ਵੱਡਾ ਇਤਿਹਾਸ ਹੈ। ਇਤਿਹਾਸ ਦਾ ਇੱਕ ਲੌਕਿਕ ਪੰਨਾ ਹੈ, ਸੁਣਿਆ ਸੀ ਬਹੁਤ ਵਾਰ ਹੈ, ਸਾਡੇ ਹਿਰਦਿਆਂ ਵਿੱਚੋਂ ਵਸਦਾ ਹੈ, ਪਰ ਸਾਡੇ ਅੰਦਰ ਪਕਿਆਈ ਬਣ ਜਾਏ, ਸਾਡੇ ਅੰਦਰ ਸਿੱਖੀ ਦੇ ਬੁੱਤੇ ਜਿਹੜਾ ਹੋਰ ਮਜ਼ਬੂਤ ਹੋ ਜਾਣ। ਇਸ ਕਰਕੇ ਇਤਿਹਾਸ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਤੇ ਸੁਣਿਆ ਜਾਂਦਾ, ਮਨ ਵਿੱਚ ਵਸ ਜਾਏ, ਕਿਤੇ ਘਰ ਘਰ ਜਾਏ। ਨਹੀਂ ਤੇ ਇਤਿਹਾਸ ਬਹੁਤਾ ਸਿੱਖ ਸੰਗਤਾਂ ਨੂੰ ਪਤਾ ਹੁੰਦਾ ਹੈ। ਤੇ ਮੈਨੂੰ ਜਿਹੜਾ ਹੁਕਮ ਬੀਬੀ ਬਲਦੀਸ਼ ਕੌਰ ਜੀ ਹੋਣਾ ਨੇ ਲਾਇਆ ਹੈ ਉਹ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 2 ਛੋਟੇ ਫਰਜ਼ੰਦ, ਜਿਨ੍ਹਾਂ ਨੂੰ ਅਸੀਂ ਛੋਟੇ ਸਾਹਿਬਜ਼ਾਦੇ ਕਹਿ ਕੇ ਯਾਦ ਕਰਦੇ ਹਾਂ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਸਾਹਿਬ। ਉਹਨਾਂ ਦੀ ਜੀਵਨੀ, ਉਹਨਾਂ ਦਾ ਕਾਰਨਾਮਾ, ਉਹਨਾਂ ਨੇ ਜੋ ਇਸ ਮਨੁੱਖਤਾ ਦੀ ਖਾਤਰ, ਜੋ ਇਸ ਕੌਮ ਦੀ ਖਾਤਰ, ਜੋ ਇਸ ਹਿੰਦੁਸਤਾਨ ਦੀ ਖਾਤਰ, ਜੋ ਸਾਡੀ ਖਾਤਰ, ਜੋ ਇਸ ਪੱਗ ਦੀ ਖਾਤਰ, ਜੋ ਆਪਣੀ ਇੱਜ਼ਤ ਦੀ ਖਾਤਰ, ਜੋ ਆਪਣੀ ਆਬਰੂ ਦੀ ਖਾਤਰ ਕੀਤਾ ਹੈ, ਉਹਨਾਂ ਦਾ ਉਹ ਲੌਕਿਕ ਪੰਨਾ ਤੁਹਾਡੇ ਸਾਹਮਣੇ ਕਹਿਣ ਦਾ ਮੈਨੂੰ ਹੁਕਮ ਹੋਇਆ ਤੇ ਤੁਸੀਂ ਬੜੇ ਪਿਆਰ ਨਾਲ ਬੈਠ ਕੇ ਸਰਵਣ ਕਰਿਓ। ਕਿਉਂਕਿ ਇਤਿਹਾਸ ਬਹੁਤ ਵੱਡਾ ਹੈ। ਇਹ ਇਤਿਹਾਸ ਜਦੋਂ ਪੜ੍ਹੀ ਜਾਈਏ, ਸੁਣੀ ਜਾਈਏ, ਪੜ੍ਹੀ ਜਾਈਏ, ਸੁਣੀ ਜਾਈਏ, ਕਿਤੇ ਨਾ ਕਿਤੇ ਬੰਦੇ
ਦੇ ਮਨ ਵਿੱਚ ਵਿਚਾਰ ਉੱਠਣ ਲੱਗ ਪੈਂਦੀ ਹੈ ਵੀ ਸਾਨੂੰ ਕਿਹੜੇ ਰਾਹ ਤੇ ਤੁਰਨਾ ਚਾਹੀਦਾ, ਅਸੀਂ ਪਿੱਛੇ ਤੁਰੇ ਹੋਏ ਇਹ ਖਿਆਲ ਤੋਂ ਅਸੀਂ ਨੂੰ ਮਿਲਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਲਓ, ਜਿਹੜੀ ਮੈਨੂੰ ਇਹ ਹੁਕਮ ਲਾਇਆ ਗਿਆ ਹੈ ਮੈਂ ਉਸ ਹੁਕਮ ਤੇ ਖਰਾ ਉਤਰਨਾ ਯਤਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਮਹਾਰਾਜ ਦੀ ਸੁਮਤ ਬਖਸ਼ਿਸ਼ ਕਰਦੇ ਆਪੇ ਸੇਵਾ ਲੈਣਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਹੈ, ਕਿਸੇ ਕਵੀ ਨੇ ਲਿਖਿਆ ਫੁੱਲਾਂ ਵਿੱਚੋਂ ਫੁੱਲ ਜਿਵੇਂ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਅਨੰਦਪੁਰ ਸਾਹਿਬ ਦਾ। ਇੱਥੇ ਮੇਰੇ ਬਾਜਾਂ ਵਾਲੇ ਮਾਹੀ ਦਾ ਬਸੇਰਾ ਹੈ, ਕਿਲੇ ਉੱਤੇ ਖਾਲਸੇ ਦਾ ਝੂਲ ਦਾ ਫੇਰਾ ਹੈ। ਰਾਗੀ ਸਿੰਘ ਲਾਗਾ ਦੀਆਂ ਹੇਕਾਂ ਪੈ ਲਾਉਂਦੇ ਆ, ਗੁਰਾਂ ਦੇ ਪਿਆਰੇ ਗੁਰਬਾਣੀ ਮੈਂ ਗਾਉਂਦੇ ਆ। ਸੰਗਤਾਂ ਦੇ ਵਿੱਚ ਨਾ ਜਲਵਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਹੇ ਹੁੰਦਾ। ਹੀਰੇ ਬਹੁਤ ਨੇ ਦੁਨੀਆਂ ਤੇ, ਏਦਾਂ ਹੀਰੇ ਬੈਠੇ ਹੋਣ ਤੇ ਵਿੱਚ ਕੋਹੇ ਨੂਰ ਹੀਰਾ, ਜਿਹਦੇ ਵਰਗੀ ਚਮਕ, ਜਿਹਦੇ ਵਰਗੀ ਕੀਮਤ ਕਿਸੇ ਹੋਰ ਹੀਰੇ ਦੀ ਨਹੀਂ, ਉਹ ਕੋਹੇ ਨੂਰ ਹੀਰਾ। ਕਵੀ ਕਹਿੰਦਾ ਗੁਰੂ ਗੋਬਿੰਦ ਸਿੰਘ ਹੈ, ਗੁਰੂ ਗੋਬਿੰਦ ਸਿੰਘ ਪੱਥਰ ਤੇ ਬੈਠਾ, ਸੰਗਤ ਸਨਮੁਖ ਬੈਠੀ ਹੈ, ਬਾਕੀ ਸੰਗਤ ਇੱਦਾਂ ਲੱਗਦੀ ਹੈ ਜਿਵੇਂ ਹੀਰੇ ਬੈਠੇ ਹੋਣ। ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਹੇ ਨੂਰ ਹੀਰੇ ਜਾਪਦੇ, ਸੰਗਤਾਂ ਦੇ ਵਿੱਚ ਇਹਦਾ ਜਲਵਾ ਹੁੰਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਹੇ ਨੂਰ। ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ, ਉਹ ਗਿਣੇ ਨਹੀਂ ਜਾਂਦੇ। ਉਸੇ ਧਰਤੀ ਤੇ ਖਾਲਸਾ ਪੰਥ ਸਜਾਇਆ ਗਿਆ, ਉਸੇ ਧਰਤੀ ਤੇ ਮਹਾਰਾਜ ਦੇ 3 ਸਾਹਿਬਜ਼ਾਦੇ ਪ੍ਰਗਟ ਹੋਏ। 3 ਸਾਹਿਬਜ਼ਾਦੇ ਅਨੰਦਪੁਰ ਸਾਹਿਬ ਉਹਨਾਂ ਨੇ ਜਨਮ ਲਿਆ ਹੈ। ਅਨੰਦਪੁਰ ਸਾਹਿਬ ਵੀ ਮਹਾਰਾਜ ਜੀ ਨੇ ਜਿਹੜੇ ਕਵੀਆਂ ਦੇ ਕੋਲੋਂ ਕਵਿਤਾਵਾਂ ਪੜ੍ਹਵਾਈਆਂ, ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਹੋਲਾ ਮਹੱਲਾ ਸਜਾਇਆ, ਜਿਹੜਾ ਦੁਨੀਆ ਵਿੱਚ ਵਿਲੱਖਣ ਪਛਾਣ ਰੱਖਦਾ ਹੈ। ਹੋਲੀ ਤੋਂ ਹੋਲਾ ਬਣਾਇਆ ਗਿਆ। ਅਨੰਦਪੁਰ ਸਾਹਿਬ ਮਹਾਰਾਜ ਨੇ ਮਹਾਨ ਕਿਲੇ ਉਸਾਰੇ, 5 ਕਿਲੇ। ਕੇਸਗੜ੍ਹ ਸਾਹਿਬ ਦੀ ਮਹਾਨ ਧਰਤੀ ਨੂੰ ਮਹਾਰਾਜ ਨੇ ਕਿਲਿਆਂ ਦੇ ਨਾਲ ਚਾਰੇ ਚੁਫੇਰੋਂ ਘੇਰ ਦਿੱਤਾ। ਉਹ ਪਹਾੜੀਆਂ ਦੇ ਵਿੱਚ ਮਹਾਰਾਜ ਨੇ ਜੰਗਲਾਂ ਵਿੱਚ ਮੰਦਰ ਲਾਏ ਸੀ ਤੇ ਅਨੰਦਪੁਰ ਸਾਹਿਬ ਦੀ ਧਰਤੀ 33 ਵਾਰੀ ਮਹਾਰਾਜ ਨੇ ਗੁਜ਼ਾਰੇ ਆ। ਇੱਥੇ ਬੜੀ ਵਾਰ ਪਹਾੜੀ ਰਾਜੇ ਆਏ, ਔਰ ਔਰੰਗਜ਼ੇਬ ਦੇ ਭੇਜੇ ਹੋਏ ਹੁਕਮਰਾਨ ਆਏ, ਉਹਦੇ ਭੇਜੇ ਹੋਏ ਜਰਨੈਲ ਆਏ। ਗੁਰੂ ਗੋਬਿੰਦ ਸਿੰਘ ਨਾਲ ਟੱਕਰ ਲੈਣ ਦੇ ਲਈ ਆਏ, ਪਰ ਕੋਈ ਗੁਰੂ ਦੇ ਮੁਕਾਬਲੇ ਦਾ ਨਹੀਂ, ਸਾਰੇ ਹਾਰ ਕੇ ਜਾਂਦੇ ਰਹੇ। ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁਣ ਇੱਕ ਵਾਰ ਤੇ ਨਾ ਜ਼ਾਲਮਾਂ ਨੇ ਇਕੱਠੇ ਹੋ ਕੇ ਘੇਰਾ ਹੀ ਪਾ ਲਿਆ। ਫਿਰ ਗੁਰੂ ਕਾਬੂ ਨਹੀਂ ਆਉਂਦਾ, ਘੇਰਾ ਪਾ ਲਓ। ਇਸ ਗੁਰੂ ਨੂੰ ਕਿਲੇ ਦੇ ਵਿੱਚੋਂ ਨਾ ਬਾਹਰ ਨਿਕਲ ਦਿਓ ਤੇ ਨਾ ਇਸ ਕਿਲੇ ਦੇ ਅੰਦਰ ਪੁਰੰਦ ਪਾਣੀ ਜਾਣ ਦਿਓ। ਭੁੱਖੇ ਰਹਿਣਗੇ, ਕਦੋਂ ਤੱਕ ਰਹਿਣਗੇ, ਮਰ ਜਾਣਗੇ, ਜਾਂ ਆਪਣਾ ਆਪ ਸਪੁਰਦ ਕਰ ਦੇਣਗੇ, ਗ੍ਰਿਫਤਾਰੀ ਦੇ ਦੇਣਗੇ। ਇਸ ਕਰਕੇ ਕਿਲੇ ਨੂੰ ਘੇਰਾ ਪਾ ਲਿਆ ਗਿਆ ਸੀ। ਮਈ ਮਹੀਨੇ ਚ ਘੇਰਾ ਪਾਇਆ, ਮਈ ਮਹੀਨੇ ਤੋਂ ਘੇਰਾ ਚੱਲਿਆ ਦਸੰਬਰ ਤੱਕ ਆ ਗਿਆ। ਦਸੰਬਰ ਤੱਕ ਉਹ ਘੇਰਾ ਆ ਗਿਆ, 7 ਮਹੀਨੇ ਘੇਰਾ ਪਿਆ ਰਿਹਾ। ਫਿਰ ਅਖੀਰ ਇਹਨਾਂ ਜ਼ਾਲਮਾਂ ਨੇ ਇੱਥੋਂ ਤੱਕ ਘਿਨਾਉਣੀ ਹਰਕਤ ਕੀਤੀ। ਹੁਣ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਗੁਰੂ ਨੂੰ ਕਹੀਏ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ, ਕਿਉਂਕਿ ਉਹਨਾਂ ਦਾ ਜ਼ੋਰ ਲੱਗ ਗਿਆ ਘੇਰਾ ਪਾ ਕੇ। ਅੰਦਰ ਸਿੰਘ ਵੀ ਤੰਗ ਨੇ, ਪਰ ਸਿੰਘਾਂ ਵਿੱਚ ਸਬਰ ਤੇ ਸੰਤੋਖ ਬਹੁਤ ਹੈ। ਉਹ ਗੁਰੂ ਦੇ ਲੜਨ ਲੱਗੇ ਹੋਏ ਆ, ਉਹਨਾਂ ਨੂੰ ਭੁੱਖ ਪਿਆਸ ਤਰੇ ਸਤਾਉਂਦੀ ਨਹੀਂ, ਕਿਉਂਕਿ ਉਹਨਾਂ ਦੇ ਪੱਲੇ ਕੁਰਬਾਨੀ ਹੈ, ਉਹਨਾਂ ਦੇ ਪੱਲੇ ਗੁਰੂ ਦਾ ਪਿਆਰ ਹੈ। ਜਦੋਂ ਇਹਨਾਂ ਜ਼ਾਲਮਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਤੇ ਜਿਹੜੇ ਹਿੰਦੂ ਰਾਜੇ ਨੇ ਉਹਨਾਂ ਨੇ ਆਗਿਆ ਦੀਆਂ ਗਊਆਂ ਬਣਾ ਕੇ ਕਸਮਾਂ ਖਾਧੀਆਂ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ। ਮਹਾਰਾਜ ਇੱਕੋ ਹੀ ਬੇਨਤੀ ਆ ਵੀ ਕਿਲ੍ਹਾ ਛੱਡ ਦਿਓ, ਇਹ ਕਿਲ੍ਹਾ ਖਾਲੀ ਕਰ ਦਿਓ, ਤੁਹਾਡਾ ਅਸੀਂ ਪਿੱਛਾ ਨਹੀਂ ਕਰਨਾ, ਜਿੱਥੇ ਮਰਜ਼ੀ ਜਾਏ। ਜਦੋਂ ਮਹਾਰਾਜ ਦੇ ਕੋਲ ਪਹੁੰਚੀਆਂ ਨਾ ਚਿੱਠੀਆਂ, ਇਹ ਸੌਹਾਂ, ਇਹ ਕਸਮਾਂ, ਪਤਾ ਸੱਚ ਨੂੰ ਸਾਰਾ ਹੀ ਹੈ, ਪਰ ਗੁਰੂ ਨੇ ਕੋਈ ਨਾ ਕੋਈ ਕੌਤਕ ਦੇ ਭਾਣਾ ਵਰਤਾ ਕੇ ਸਾਨੂੰ ਵੀ ਕੋਈ ਦੱਸਣਾ ਨਾ, ਫਿਰ ਤੁਸੀਂ ਕੀ ਕਰਨਾ ਤੇ ਕੀ ਨਹੀਂ। ਮਹਾਰਾਜ ਨੇ ਕਿਹਾ ਚਲੋ ਅਸੀਂ ਕਿਲਾ ਖਾਲੀ ਕਰਨਾ। ਸੰਗਤਾਂ ਨੂੰ ਕਿਹਾ, ਸਿੱਖਾਂ ਨੂੰ ਕਿਹਾ, ਪ੍ਰਧਾਨ ਨੂੰ ਕਿਹਾ, ਸਮਾਨ ਸਾਰਾ ਬੰਨ ਲਿਆ, ਸਮਾਨ ਗੱਡਿਆਂ ਦੇ ਉੱਪਰ ਲੱਦ ਲਿਆ, ਧਨ ਦੌਲਤ ਕੀਮਤੀ ਗ੍ਰੰਥ ਤੇ ਸਾਰੇ ਸਿੰਘ ਆਪਣਾ ਸ਼ਬਦ ਸਜਾ ਕੇ ਨਾ ਉਹ ਕੇਸਗੜ੍ਹ ਸਾਹਿਬ ਦੀ ਧਰਤੀ ਆਨੰਦਗੜ੍ਹ ਕਿਲੇ ਨੂੰ ਖਾਲੀ ਕਰਕੇ ਸ਼ੇਰ ਦੇ 7 ਕੋਹ ਦੀ ਵਿਚਕਾਰ ਦੀ ਰਾਤ ਨੂੰ ਉੱਥੋਂ ਨਿਕਲਿਆ। 1704 ਈਸਵੀ ਹੈ ਉਸ ਵਕਤ। ਤੇ ਸਾਧ ਸੰਗਤ ਜਦੋਂ ਇਹ ਕਿਲੇ ਨੂੰ ਖਾਲੀ ਕਰਕੇ ਮਹਾਰਾਜ ਜੀ ਨਿਕਲੇ, ਹਲੇ ਕੀਰਤਪੁਰ ਲੰਘੇ ਆ, ਸਰਸਾ ਦੇ ਲਾਗੇ ਆਉਣ ਤੱਕ ਇਹਨਾਂ ਜ਼ਾਲਮਾਂ ਨੇ ਕਸਮਾਂ ਤੋੜ ਦਿੱਤੀਆਂ ਤੇ ਕਸਮਾਂ ਤੋੜ ਕੇ ਸੌਹਾਂ ਤੋੜ ਕੇ ਹਿੰਦੂ ਰਾਜੇ ਤੇ ਮੁਸਲਮਾਨ ਔਰੰਗਜ਼ੇਬ ਦੇ ਭੇਜੇ ਹੋਏ ਜਰਨੈਲ ਆਪਣੀਆਂ ਫੌਜਾਂ ਲੈ ਕੇ ਗੁਰੂ ਦਾ ਪਿੱਛਾ ਕਰਨ ਲੱਗ ਪਏ ਤੇ ਸਰਸਾ ਦੇ ਕੰਢੇ ਤੱਕ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰੋਂ ਤੁਰੇ ਤੇ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਪਿੱਛਾ ਮੁੜ ਕੇ ਗੱਲ ਕਹੀ ਸੀ। ਕਰਗੀਆਂ ਵਾਲੇ ਨੇ ਆਖਿਆ ਅਨੰਦਪੁਰ ਅਸਾਂ ਪਰਤ ਕੇ ਤੇਰੇ ਕੋਲ ਆਵਣਾ ਨਹੀਂ, ਯਾਦ ਰੱਖੀ ਨਾ ਕਿਤੇ ਭੁਲਾ ਦੇਵੀਂ, ਅਸਾਂ ਪੈਰ ਮੁੜ ਕੇ ਇੱਥੇ ਪਾਵਣਾ ਨਹੀਂ। ਸੋਹਣੇ ਅਜੀਬ ਰੁਝਾਨ ਨੂੰ ਯਾਦ ਕਰਕੇ ਐਵੇਂ ਅੱਖਾਂ ਤੋਂ ਆਂਸੂ ਬਹਾਵਣਾ ਨਹੀਂ। ਜੋਰਾ ਵਰਤੇ ਫਤਿਹ ਨੂੰ ਫਤਿਹ ਕਹਿ ਦੇ, ਜਿਹਨਾਂ ਮੂੰਹ ਪੁੜ ਤੈਨੂੰ ਬਖਾਵਣਾ ਨਹੀਂ।
ਭਰੇ ਦਿਲ ਨਾਲ ਛੱਡ ਕੇ ਮਹਿਲ ਸੋਹਣੇ ਸੱਤ ਸੂਰਮੇ ਦੀਆਂ ਵਾਗਾਂ ਬੋਲਦੀਆਂ 33 ਵੇਲੇ ਗੁਜ਼ਾਰੇ ਸਨ ਜਿਸ ਧਰਤ ਤੇ ਅੱਜ ਉਸ ਨਾਲੋਂ ਸਾਂਝਾ ਤੋੜ ਲਏ 33 ਸਾਲ ਗੁਜ਼ਾਰੇ ਨੇ ਅਨੰਦਪੁਰ ਸਾਹਿਬ ਕਿਸੇ ਬੰਦੇ ਨੂੰ ਆਪਣਾ ਵਸਾਇਆ ਹੋਇਆ ਘਰ ਜਿਉਂਦਿਆਂ ਜੀ ਬਿਨਾਂ ਕਿਸੇ ਕਾਰਨ ਸਦਾ ਵਾਸਤੇ ਛੱਡਣਾ ਪੈ ਜਾਏ ਦਿਲ ਤੇ ਕੀ ਬੀਤੇ ਬੰਦਾ ਕਿਤੇ ਆਪਣੇ ਘਰ ਤੋਂ ਬਾਹਰ ਹਫਤਾ ਕਰੇ ਆਏ ਨਾ ਤੇ ਕਹਿੰਦਾ ਹੁਣ ਤਾਂ ਘਰੇ ਜਾਣਾ ਮੈਂ ਘਰ ਬਾਹਰ ਦੀ ਮੌਜ ਕੋਈ ਨਹੀਂ ਤੇ ਜਿਹੜੇ ਗੁਰੂ ਨੇ ਐਡਾ ਮਹਾਨ ਘਰ ਉਸਾਰਿਆ ਸੀ ਉਸ ਗੁਰੂ ਨੂੰ ਬਿਨਾਂ ਕਿਸੇ ਕਾਰਨ ਜਿਉਂਦਿਆਂ ਜੀ ਉਹ ਘਰ ਸਦਾ ਵਾਸਤੇ ਛੱਡਣਾ ਪਿਆ ਦਿਲ ਤੇ ਕਿੰਨਾ ਵੱਡਾ ਪੱਥਰ ਰੱਖਿਆ ਹੋਵੇਗਾ ਕਿੰਨਾ ਜਿਗਰਾ ਸੀ ਉਸ ਗੁਰੂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰ ਪਏ ਨਾਲ ਚਾਰੇ ਸਾਹਿਬਜ਼ਾਦੇ ਮੰਨਦਾ ਹੈ ਨਾਲ ਸਤਿਗੁਰਾਂ ਦੇ ਮਹਿਲ ਨੇ ਤੇ ਨਾਲ 150 ਦੀ ਗਿਣਤੀ ਸਾਰੇ ਸਿੰਘਾਂ ਦੀ ਬਣਦੀ ਹੈ ਲਓ ਜੀ ਜਦੋਂ ਸਰਸਾ ਕਹਿੰਦੇ ਤੇ ਪਹੁੰਚੇ ਅੰਮ੍ਰਿਤ ਵੇਲੇ ਦਾ ਨਜ਼ਾਰਾ ਖੱਟ ਗਿਆ ਭਈ ਅੰਮ੍ਰਿਤ ਵੇਲਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਅੰਮ੍ਰਿਤ ਵੇਲਾ ਹੋ ਗਿਆ ਸੱਚੇ ਪਾਤਸ਼ਾਹ ਹਾਂਜੀ ਮਹਾਰਾਜ ਕਹਿਣ ਲੱਗੇ ਫਿਰ ਲਿਆਓ ਸਾਜ ਆਸਾ ਕੀ ਬਾਤ ਦਾ ਕੀਰਤਨ ਕਰਨਾ ਹੈ ਦੇਖੋ ਪਿੱਛੋਂ ਵੈਰੀ ਚੜ ਕੇ ਆਏ ਪਿੱਛੋਂ ਤੀਰਾਂ ਦਾ ਗੋਲਡ ਦਾ ਮੀਂਹ ਵਰੁਣ ਦਾ ਅਸਾਰ ਬਣ ਗਿਆ ਪਰ ਸਾਡੇ ਗੁਰੂ ਨੇ ਕਿਹਾ ਵੀ ਨੇਤਰੇਨ ਕਰਨਾ ਹੀ ਕਰਨਾ ਇੱਥੇ ਆਸਾ ਕੀ ਬਾਤ ਦਾ ਕੀਰਤਨ ਹੋਣਾ ਹੀ ਹੋਣਾ ਹੈ ਭਾਵੇਂ ਜੋ ਮਰਜ਼ੀ ਹੋ ਜਾਏ ਵੈਰੀ ਪਿੱਛੋਂ ਚੜ ਕੇ ਆਏ ਬਾਬਾ ਅਜੀਤ ਸਿੰਘ ਸਾਹਿਬ ਵੱਡਾ ਸਾਹਿਬਜ਼ਾਦਾ ਭਾਈ ਉਦਾ ਸਿੰਘ ਭਾਈ ਬਚਿੱਤਰ ਸਿੰਘ ਭਾਈ ਜੀਵਨ ਸਿੰਘ ਉੱਥੇ ਬੀਬੀ ਭਿੱਖਾਂ ਉਹ ਸਾਰੇ ਜਣੇ ਇਹ ਵੈਰੀ ਨੂੰ ਰੋਕਣ ਦੇ ਲਈ ਨਾ ਸਰਸਾ ਦੇ ਕੰਢੇ ਤੇ ਪਿੱਛੇ ਵੈਰੀਆਂ ਨੂੰ ਰੋਕਣ ਦੇ ਲਈ ਉੱਥੇ ਯੁੱਧ ਕਰਨ ਲੱਗੇ ਉੱਥੇ ਲੜਾਈ ਕਰਨ ਲੱਗੇ ਤੇ ਸਾਧ ਸੰਗਤ ਇੱਧਰ ਆਸਾ ਕੀ ਬਾਤ ਦਾ ਕੀਰਤਨ 33 ਸਾਜ਼ਾਂ ਨਾਲ ਰਾਗੀਆਂ ਨੇ ਪੜਿਆ ਵੇਖੋ ਅਨੋਖਾ ਕੀਰਤਨ ਹੈ ਇੱਕ ਪਾਸੇ ਸਾਜ਼ ਖੜਕ ਰਹੇ ਨੇ ਇੱਕ ਪਾਸੇ ਤਲਵਾਰਾਂ ਖੜਕ ਰਹੀਆਂ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪੜਾ ਲਾ ਕੇ ਆਸਾ ਕੀ ਬਾਤ ਦਾ ਕੀਰਤਨ ਸੁਣਿਆ ਸਰਸਾ ਨਦੀ ਠਾਠਾ ਮਾਰ ਰਹੀ ਹੈ ਪਰ ਮਹਾਰਾਜ ਜੀ ਨੇ ਆਸਾ ਕੀ ਬਾਤ ਦੇ ਕੀਰਤਨ ਤੋਂ ਬਾਅਦ ਫਤਿਹ ਬੁਲਾ ਦਿੱਤੀ ਤੇ ਸੱਜੇ ਪਾਤਸ਼ਾਹ ਕਹਿੰਦੇ ਕਿ ਘੋੜੇ ਠੇਲ ਦਿਓ ਸਰਸਾ ਦੇ ਅੰਦਰ ਆਪਾਂ ਸਰਸਾ ਪਾਰ ਕਰਨੀ ਹੈ ਜਦੋਂ ਘੋੜੇ ਠੇਲੇ 150 ਦੀ ਗਿਣਤੀ ਮਹਾਰਾਜ ਦੇ ਨਾਲ ਹੋਈ ਹੈ ਪਰ ਜਿਨ੍ਹਾਂ ਨੇ ਸਰਸਾ ਨੂੰ ਪਾਰ ਕੀਤਾ ਹੈ ਉਹ ਕੇਵਲ ਤੇ ਕੇਵਲ ਗਿਣਤੀ 50 ਦੀ ਬਣਦੀ ਹੈ 48 ਜਾਂ 50 ਜਾਣਿਆਂ ਨੇ ਸਰਸਾ ਨੂੰ ਪਾਰ ਕੀਤਾ ਬਾਕੀ ਸਾਰੇ ਸਿੰਘ ਸਰਸਾ ਦੀ ਭੇਟ ਹੋ ਗਏ ਤੇ ਕੁਝ ਜਿਹੜੇ ਪਿੱਛੇ ਸਰਸਾ ਕੰਢੇ ਤੇ ਲੜੇ ਉੱਥੇ ਸ਼ਹੀਦ ਹੋ ਗਏ ਉੱਥੇ ਕੁਰਬਾਨੀਆਂ ਦੇ ਗਏ ਤੇ ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਉਹ ਲੜਕੇ ਪਿੱਛੋਂ ਵੈਰੀਆਂ ਨੂੰ ਰੋਕ ਕੇ ਫਿਰ ਨਾਲ ਆ ਰਲਿਆ ਸਰਸਾ ਨੂੰ ਪਾਰ ਕੀਤਾ ਗਿਆ ਉੱਥੇ ਕਵੀ ਨੇ ਆਪਣੇ ਮਨ ਦੀ ਵੇਦਨਾ ਆਪਣੇ ਮਨ ਦੇ ਖਿਆਲ ਇੱਕ ਕਵਿਤਾ ਦੇ ਅੰਦਰ ਜ਼ਿਕਰ ਕੀਤੇ ਨੇ ਉਹ ਕਹਿੰਦਾ ਸਰਸਾ ਨਦੀ ਤੇ ਵਰਤਿਆ ਇਹਨੇ ਭਾਣਾ ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੀ ਦਸਵੇਂ ਪਿਤਾ ਤੋਂ ਵਿਛੜੀ ਮਾਂ ਗੁਜਰੀ ਕਈ ਸਿੰਘ ਵਿਛੜੇ ਸੇਵਾਦਾਰ ਵਿਛੜੇ ਮਣਾ ਮੂਹੀ ਗ੍ਰੰਥ ਦੇ ਲੱਖਾਂ ਮੋਹਰਾਂ ਕਰਕੇ ਨਦੀ ਦੀ ਭੇਟ ਦਾਤਾਰ ਵਿਛੜੇ ਛੋਟੇ ਵੀਰ ਜੋਰਾਵਰ ਫਤਿਹ ਸਿੰਘ ਤੋਂ ਵੱਡੇ ਵੀਰ ਅਜੀਤ ਜੁਝਾਰ ਵਿਛੜੇ ਕਲਗੀਆਂ ਵਾਲੇ ਨੇ ਫਿਰ ਵੀ ਆਖਿਆ ਸੀ ਭਾਵੇਂ ਸਾਰੇ ਦਾ ਸਾਰਾ ਪਰਿਵਾਰ ਵਿਛੜੇ ਰੱਖਿਆ ਗਊ ਗਰੀਬ ਦੀ ਕੰਨ ਵਾਲੀ ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੀ ਸੱਜੇ ਪਾਤਸ਼ਾਹ ਕਹਿਣ ਲੱਗੇ ਭਾਵੇਂ ਸਾਰਾ ਕੁੱਟਾ ਨਾ ਲੱਗੇ ਪਰ ਜਿਹੜੀ ਮੇਰੇ ਕੋਲ ਮੇਰੀ ਤਲਵਾਰ ਹੈ ਨਾ ਇਹ ਮੇਰੇ ਹੱਥ ਤੋਂ ਕਦੇ ਜੁਦਾ ਨਾ ਹੋ ਮਹਾਰਾਜ ਨੇ ਆਪਣੀ ਬਾਣੀ ਵਿੱਚ ਕਿਹਾ ਸ਼ਸਤਰਾਂ ਨੂੰ ਕੀ ਕਿਹਾ ਹੈ ਸ਼ਸਤਰ ਸੱਜੇ ਪਾਤਸ਼ਾਹ ਮਹਾਰਾਜ ਜੀ ਕਾ ਸਾਡੇ ਪੀਰ ਨੇ ਅਸ ਕਿਰਪਾਨ ਖੰਡੋ ਖੰਡ ਤੁਕ ਤਵਰ ਅਰਤੀਰ ਸਹਿਬ ਸੋਹੀ ਸਹਿਤੀ ਜੇ ਹੈ ਹਮਾਰੇ ਪੀਰ ਇਹ ਸ਼ਸਤਰ ਸਾਡੇ ਪੀਰ ਨੇ ਸੱਜੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਤਲਵਾਰ ਮੇਰੇ ਹੱਥੋਂ ਨਾ ਵਿਛੜੀ ਗੁਰੂ ਇਸ ਤਰ੍ਹਾਂ ਸਿਰ ਤੋਂ ਭਾਰ ਲਾਇਆ ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ ਤੁਰਕਾ ਸ਼ੇਰ ਦਿੱਤੀ ਜੰਗ ਰਾਤ ਵੇਲੇ ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ ਗੁਰਾ ਸਿੰਘਾਂ ਦਾ ਜਥਾ ਨਖੇੜ ਦਿੱਤਾ ਥੋੜਾ ਕਿਸੇ ਪਾਸੇ ਸਾਬਰ ਸੋਹਣੇ ਸੁਨੱਖੇ ਬੱਚਿਆਂ ਦਾ ਜੋੜਾ ਕਿਸੇ ਪਾਸੇ ਕਲਗੀਧਰ ਪਾਤਸ਼ਾਹ ਦੇ ਨਾਲ ਸੱਜੇ ਪਾਤਸ਼ਾਹ ਦੇ 42 ਸਿੰਘ ਸਮੇਤ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਤੇ ਬਾਬਾ ਜੁਝਾਰ ਸਿੰਘ ਸਾਹਿਬ ਨਾਲ ਤੁਰੇ ਰੋਪੜ ਵੱਲੇ ਇਧਰ ਮਾਤਾ ਗੁਜਰੀ ਬਿਰਧ ਮਾਂ ਹੈ 90 ਸਾਲ ਦੀ ਉਮਰ ਬਣਦੀ ਹੈ ਆਪਣੇ ਛੋਟੇ ਪੁੱਤ ਜੋਰਾਵਰ ਸਿੰਘ ਤੇ ਫਤਿਹ ਸਿੰਘ ਉਹਨਾਂ ਨੂੰ ਉਂਗਲੀਆਂ ਫੜਾ ਕੇ ਨਾਲ ਲੈ ਕੇ ਤੁਰੀ ਹੈ ਪਰਿਵਾਰ ਵਿਛੜ ਗਿਆ ਤਿੰਨ ਹਿੱਸਿਆਂ ਵਿੱਚ ਹੋ ਗਿਆ ਮਾਤਾ ਸੁੰਦਰ ਕੌਰ ਮਾਤਾ ਸਾਹਿਬਪੁਰ ਸੰਤਪੁਰ ਦੇ ਮਹਿਲ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਦਿੱਲੀ ਵੱਲ ਨੂੰ ਚੱਲ ਪਏ ਹੁਣ ਮਾਤਾ ਗੁਜਰੀ ਦੀ ਜਦੋਂ ਉਹ ਸਰਸਾ ਨੂੰ ਪਾਰ ਕਰਕੇ ਤੁਰੇ ਜਾ ਰਹੇ ਨੇ ਸਾਧ ਸੰਗਤ ਉਸ ਵਕਤ ਬਾਬੇ ਕੁੰਮੇ ਮਾਸ਼ਕੀ ਦੀ ਉਹਨਾਂ ਨੂੰ ਉੱਥੇ ਮਿਲ ਗਈ ਹੈ ਝੁੱਗੀ ਉਸ ਬਾਬੇ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਅੰਦਰ ਉਹਨਾਂ ਨੇ ਇੱਕ ਰਾਤ ਟਿਕਾਣਾ ਕੀਤਾ ਅੱਜ ਉੱਥੇ ਕਦੇ ਜਾਓ ਨਾ ਤੇ ਬਾਬੇ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਥਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਸੰਤਾਂ ਜਾ ਕੇ ਮੱਥਾ ਟੇਕਦੀਆਂ ਇੱਕ ਰਾਤ ਉੱਥੇ ਗੁਜ਼ਾਰੀ
ਉਹਨਾਂ ਦੇ ਛਕਣ ਵਾਸਤੇ ਜਿੰਨਾ ਵੀ ਕੋਲ ਸੀ, ਜਿੰਨੀ ਕੁ ਹਿੰਮਤ ਹੈ, ਜਿੰਨਾ ਕੁ ਮਾਲਕ ਨੇ ਦਿੱਤਾ ਛਕਣ ਵਾਸਤੇ ਪ੍ਰਸ਼ਾਦਾ ਲਿਆ ਕੇ ਪਰੋਸਿਆ। ਪ੍ਰਸ਼ਾਦਾ ਛਕਿਆ, ਅਗਲਾ ਦਿਨ ਚੜਿਆ, ਗੰਗੂ ਮਿਲ ਪਿਆ। ਮਾਤਾ ਗੁਜਰ ਕੌਰ ਜੀ ਗੰਗੂ ਬ੍ਰਾਹਮਣ ਦੇ ਨਾਲ ਤੁਰਨ ਲੱਗੇ ਨੇ। ਉਹ ਕਹਿੰਦਾ ਮੇਰੇ ਘਰ ਆ ਜਾਓ। ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਦੋਵਾਂ ਨੂੰ, ਇੱਕ ਨੂੰ ਸੱਜੀ ਉਂਗਲ ਪਕੜਾਈ ਹੈ, ਇੱਕ ਨੂੰ ਖੱਬੀ ਪਕੜਾਈ ਹੈ, ਦੋਵੇਂ ਤੁਰੇ ਜਾ ਰਹੇ ਨੇ। ਮਾਤਾ ਆਪਣੇ ਪੋਤਿਆਂ ਨੂੰ ਨਾਲ ਲੈ ਕੇ ਤੁਰੀ ਜਾ ਰਹੀ ਹੈ। ਜੰਗਲ ਦਾ ਰਸਤਾ ਹੈ, ਕੰਡਿਆਲੀਆਂ ਝਾੜੀਆਂ ਨੇ, ਜਿੱਥੇ ਵੀ ਲੰਘਦੇ ਨੇ ਪੈਰਾਂ ਵਿੱਚ ਕੰਡੇ ਵੱਜਦੇ ਨੇ, ਲਹੂ ਨਿਕਲਦਾ ਹੈ। ਜਿੱਧਰ ਵੀ ਜਾਂਦੇ ਨੇ ਧਰਤੀ ਦੀ ਹਿੱਕ ਤੇ ਲਾਲ ਰੰਗ ਦੀ ਮਹਿੰਦੀ ਲੱਗੀ ਜਾਂਦੀ ਹੈ। ਕਦੇ ਲੱਖਾਂ ਸਿੱਖ ਆਣ ਕੇ ਦਰਸ਼ਨ ਕਰਨ ਦੇ ਲਈ, ਨਮਸਕਾਰਾਂ ਕਰਨ ਦੇ ਲਈ ਕਰਦੇ ਸੀ। ਅੱਜ ਸਿੱਖ ਨਮਸਕਾਰਾਂ ਨਹੀਂ ਕਰ ਰਿਹਾ ਹੈ। ਅੱਜ ਜੰਗਲ ਦੇ ਰੁੱਖ ਝੁਕ ਝੁਕ ਕੇ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਨਮਸਕਾਰਾਂ ਕਰ ਰਹੇ ਨੇ। ਉਹ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਨੂੰ ਇੱਕ ਸਵਾਲ ਕਰਦੇ ਨੇ, ਮਾਂ ਆਪਾਂ ਕਿੱਥੇ ਨੂੰ ਜਾ ਰਹੇ ਹਾਂ? ਆਪਣੀ ਮੰਜ਼ਿਲ ਕੀ ਹੈ? ਆਪਾਂ ਕਿੱਥੇ ਪਹੁੰਚਣਾ ਹੈ? ਆਪਾਂ ਕਿੱਥੇ ਹੈਗੇ ਆ ਇਸ ਵਕਤ? ਆਪਣਾ ਪਿਤਾ ਕਿੱਥੇ ਹੈ? ਆਪਣੇ ਸਾਡੇ ਭਰਾ ਕਿੱਥੇ ਨੇ? ਸਾਡੀ ਮਾਂ ਕਿੱਥੇ ਹੈ? ਸਾਰੇ ਸਿੰਘ ਕਿੱਥੇ ਗਏ? ਉਹ ਸਵਾਲ ਆਪਣੀ ਦਾਦੀ ਮਾਂ ਨੂੰ ਕਰ ਰਹੇ ਨੇ। ਤੇ ਦਾਦੀ ਮਾਤਾ ਗੁਜਰ ਕੌਰ ਬੰਦਿਆਂ ਜਿਹੜੇ ਵੀ ਮਾਲਕ ਹੈ, ਉਹ ਆਪਣੇ ਪੁੱਤਾਂ ਨੂੰ ਕਹਿੰਦੀ ਹੈ, ਵੇ ਲਾਲ ਜੀ ਇਹ ਰੱਬ ਦਾ ਭਾਣਾ ਵਰਤਿਆ ਹੈ, ਇਹ ਉਹਦਾ ਗੇੜ ਵਰਤਿਆ ਹੈ। ਜਿੱਥੇ ਉਹ ਜਾਏਗਾ ਆਪਾਂ ਚਲੇ ਜਾਵਾਂਗੇ। ਮੈਨੂੰ ਕੀ ਪਤਾ ਹੈ, ਉਹ ਤਾਂ ਸਿੰਘ ਦੀ ਬਾਣੀ ਕਹਿੰਦੀ ਹੈ, ਕਾਜ ਦੀ ਪੁੱਤਰੀ ਕਿਹਾ ਜਾਂਦਾ ਹੈ, ਪੁੱਤਰੀ ਖਿਲਾਵਣਾ ਹੋ ਜਾਂਦਾ ਹੈ। ਜਿਹੜਾ ਖਿਲਾਰਿਆ ਨਾ ਬੰਦੇ ਜਾਂਦਾ ਤੇ ਉਹ ਹੈ। ਸਾਨੂੰ ਕੀ ਪਤਾ ਕਿ ਅਸੀਂ ਕਿਹੜੇ ਦਮ ਦੇ ਸਾਹ ਲੈ ਕੇ ਇੱਥੇ ਆਏ ਹਾਂ। ਮਾਤਾ ਗੁਜਰ ਕੌਰ ਆਪਣੇ ਪੁੱਤਰ ਦੇ ਸਵਾਲ ਦਾ ਜਵਾਬ ਦੇ ਰਹੀ ਹੈ ਤੇ ਪੁੱਤਰ ਅੱਗੇ ਸਵਾਲ ਕਰ ਰਹੇ ਨੇ,
ਛੱਡਿਆ ਅਨੰਦਪੁਰ ਜਦੋਂ ਅਖੀਰ, ਉਹ ਵਕਤ ਪੈਣੇ ਰਾਧੇ ਰਾਣਿਆ, ਜਦੋਂ ਜਾਂਦੀ ਵਰਤ ਤੱਕਦੀ ਉੱਥੇ ਖੇਰੂ ਪਰਵਾਰ ਹੋਇਆ, ਵਿਛੜੇ ਸੀ ਵੀਰਾਂ ਤੋਂ ਵੀ। ਕਿੱਥੇ ਪਿਤਾ ਜੀ ਚਲਾਏ ਸਾਨੂੰ, ਦਿੱਤਾ ਕੋ ਬੁਲਾਏ ਵੱਡੇ ਵੀਰ ਜਦ ਆਏ, ਗੁੱਸਾ ਕਰਾਂਗੇ ਜ਼ਰੂਰ ਮਾਂ ਨੂੰ ਪੁੱਛਦੇ, ਦਾਦੀ ਜੀ ਘਰ ਹੁਣ ਕਿਤਨੀ ਕੁ ਦੂਰ, ਮਾਂ ਨੂੰ ਪੁੱਛਦੇ, ਦਾਦੀ ਜੀ ਘਰ ਹੁਣ ਕਿਤਨੀ ਕੁ ਦੂਰ, ਮਾਂ ਨੂੰ ਪੁੱਛਦੇ। ਭਾਰੀ ਸਦਕੇ ਮੈਂ ਜਾਵਾਂ, ਸ਼ੌਕੀ ਵੀਰਾਂ ਨੂੰ ਬੁਲਾਵਾਂ, ਉੱਚੇ ਘਰ ਮੈਂ ਪਹੁੰਚਾਵਾਂ, ਲੰਬੇ ਬੰਦ ਨੂੰ ਨਿਬੇੜ, ਦਾਦੀ ਕਹਿੰਦੀ ਬੱਚਿਓ ਬੱਚਾ ਭਾਰੀ ਦਾਗੇ, ਮਾਂ ਨੂੰ ਪੁੱਛਦੇ, ਦਾਦੀ ਜੀ ਘਰ ਹੁਣ ਕਿਤਨੀ ਕੁ ਦੂਰ, ਦਾਦੀ ਕਹਿੰਦੀ ਬੱਚਿਓ ਬੱਚਾ ਭਾਰੀ ਦਾਗੇ, ਮਾਂ ਨੂੰ ਪੁੱਛਦੇ, ਦਾਦੀ ਜੀ ਘਰ ਹੁਣ ਕਿਤਨੀ ਕੁ ਦੂਰ, ਮਾਂ ਨੂੰ ਪੁੱਛਦੇ। ਮਾਂ ਨੂੰ ਪੁੱਛਦੇ ਦਾਦੀ जी घर में कितनी कदू, जीवन है इस पार मंजिल है उस पर बेड़ी ते चप्पू मुहाना है किथे, दादी जी सानू दया कर दसो दया सिंह होरां दा लाना है किथे, तीरां ते तेगां नाल रह सिंह खड़ाउंदे मनी सिंह चौंका सिंह राणा है किथे, ना वीरा अजीत ना शिंदा जुझार माता जी पिता सियाणा है किथे, बड़ी तेज तुरदा है जिवें वाह बोलवा है सरसा दा पानी समाना है किथे, भुखे पेड़ पीड़ा का बनया पराठा रोटी का भूरा मां दी खाना है किथे, फिस फिस जाते ने पैरां ते छाले थकिया ने करना टकाना है किथे, बड़ा चाहे बते ने बनना सवाला अजीत भानू आपा ब्याहना है किथे, अगे हनेरी ते पिछे शिकारी ना पंछियां उड़ के जाना है किथे, जंगल में तोए जा रहे हैं। माता गुजरी जी अपने पोतरे को त्रास दे रही है, पोतरियो ये उस रब का भाना है, ये उस रब ने खेड़ पाया है, जिधर लिया जाएगा उधर उतरे जावांगे, अपनी मंजिल से बहुत ही दूर नहीं, आप जल्दी अपनी मंजिल तक पहुंच जाना। दादी मां अपने पोते को त्रास दे रही है, वो दोवें साहबजादे उंगलियां फड़ के छोटिया छोटिया गल्लां करके अपनी दादी मां के नाल समा गुजारते जा रहे हैं। अज पोह की रात जी है उन्होंने बाबे पूरे मासकी की झुग्गी में बताई सी, हुण 9 पोह चल रहा है, 9 पोह वाले दिन गंगू ब्राह्मण मिल पिया, वो गुरु घर का रसोईया रह चुके हैं, उन्हें 20 साल गुरु घर के अंदर प्रसादा तैयार किया, किसी इतिहास में भी लिखा मिलता कि उन्होंने गुरु घर के अंदर कढ़िया गया, एक स्रोत के भी लिखा मिलता है। खैर वो गंगू ब्राह्मण मिल पिया, कह लगा माता जी तुसी इधर कहते किवें, माता जी ने सारी बात दसी, कहने लगा आओ मैं तुहानू अपने घर लैके जाना, मेरा घर लागे है, मेरा पिंड खेड़ी, आओ उत्थे विश्राम करो। माता गुजर कौर ते साहबजादियां नूं नाल लैके तुर पिया अपने पिंड खेड़ी। खेड़ी पिंड अपने घर पहुंचा,
ਘਰੇ ਜਾ ਕੇ ਪਲੰਘ ਢਾ ਕੇ ਵਿਸ਼ਰਾਮ ਕਰਦੇ ਲਈ ਮਾਤਾ ਜੀ ਨੂੰ ਆਖਿਆ ਤੇ ਆਪਣੀ ਮਾਂ ਨੂੰ ਕਹਿੰਦਾ, ਮਾਂ ਤੈਨੂੰ ਪਤਾ ਆਪਣੇ ਘਰ ਕੌਣ ਮਹਿਮਾਨ ਆਏ? ਮਾਤਾ ਜੀ, ਪੁੱਤ ਕੌਣ? ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਤੇ ਉਹਦੇ ਦੋ ਛੋਟੇ ਸਾਹਿਬਜ਼ਾਦੇ ਆਪਣੇ ਘਰ ਅੰਦਰ ਆਏ। ਮਾਂ ਨੇ ਕਿਹਾ, ਵਾਰੀ ਸਦਕੇ ਪੁੱਤ, ਆਪਣੇ ਘਰ ਐਡੀ ਮਹਾਨ ਸ਼ਖਸੀਅਤ ਆਈ ਹੈ। ਮਾਤਾ ਦਾ ਨਾਮ ਸੀ ਮਾਤਾ ਸੋਭੀ। ਕਹਿੰਦੇ ਕਿ ਪੁੱਤ ਐਡੀ ਮਹਾਨ ਹਸਤੀ ਸਾਡੇ ਘਰ ਆਈ ਹੈ। ਉਹ ਮਾਂ ਜਿਵੇਂ ਆਪਣੇ ਸਿਰ ਦਾ ਸਾਈ ਮਾਰ ਕੇ ਸਾਡੇ ਧਰਮ ਦੇ ਅੰਦਰ ਸਾਡੇ ਸਿਰਾਂ ਦੇ ਤਿਲਕ ਉਸ ਨੇ ਬਚਾਏ, ਸਾਡੇ ਸਿਰਾਂ ਦੇ ਜਿਹੜੇ ਪੱਲੂ ਨੇ ਉਹ ਉਹਨੇ ਬਚਾਏ। ਤੇ ਉਸ ਮਾਂ ਦੇ ਚਰਨਾਂ ਵਿੱਚ ਮੱਥਾ ਟੇਕਣਾ ਚਾਹੀਦਾ, ਉਹਦੇ ਸਾਹਿਬਜ਼ਾਦਿਆਂ ਦੇ ਪੈਰ ਚੁੰਮਣੇ ਚਾਹੀਦੇ ਨੇ। ਮਾਂ ਨੇ ਆ ਕੇ ਮੱਥਾ ਟੇਕਿਆ। ਫਿਰ ਮਾਤਾ ਜੀ ਨੂੰ ਆਖਿਆ ਵੀ ਤੁਸੀਂ ਇਸ਼ਨਾਨ ਪਾਨ ਕਰੋ। ਗਰਮ ਜਲ ਕਰਕੇ ਦਿੱਤਾ, ਇਸ਼ਨਾਨ ਕਰਵਾਇਆ, ਪ੍ਰਸ਼ਾਦਾ ਤਿਆਰ ਕੀਤਾ, ਪ੍ਰਸ਼ਾਦਾ ਛਕਾਇਆ। ਰਾਤ ਦੇ ਵਕਤ ਮਾਂ ਦੁੱਧ ਗਰਮ ਕਰਨ ਲੱਗੀ ਆ ਪਿਉਣ ਵਾਸਤੇ। ਤੇ ਜਿਹੜਾ ਗੰਗੂ ਆ ਉਹਦੇ ਮਨ ਦੇ ਅੰਦਰ ਮਾਤਾ ਗੁਜਰੀ ਜੀ ਨੂੰ ਵੇਖ ਕੇ ਇੱਕ ਸਵਾਲ ਆਇਆ ਕਿ ਮਾਤਾ ਗੁਜਰੀ ਦੇ ਕੋਲ ਇੱਕ ਬਹੁਤ ਵੱਡੀ ਥੈਲੀ ਹੈ, ਇੱਕ ਖੁਰਜੀ ਹੈ, ਜਾਪਰ ਉਹਦੇ ਵਿੱਚ ਮੋਹਰਾਂ ਨੇ, ਖੜਕੜੀਆਂ ਨੇ, ਸੋਨੇ ਦੀਆਂ ਮੋਹਰਾਂ ਹੋਣਗੀਆਂ, ਕੀਮਤੀ ਹੋਣਗੀਆਂ। ਉਹਦੇ ਮਨ ਵਿੱਚ ਆਓ ਕਿਉਂ ਨਾ ਇਹ ਮੋਹਰਾਂ ਦੇ ਆਪਾਂ ਮਾਲਕ ਬਣ ਜਾਈਏ, ਪਰ ਬਣਨਾ ਕਿੱਦਾਂ ਹੈ? ਹੁਣ ਪਾਪੀ ਬੰਦਾ ਜਿਹੜਾ ਹੈ ਉਹ ਆਪਣੇ ਪਾਪ ਨੂੰ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾਂਦਾ ਹੈ। ਪਾਪ ਬੁਰਾ, ਪਾਪੀ ਕੋ ਪਿਆਰ। ਪਾਪ ਹੁੰਦਾ ਬੁਰਾ ਹੈ, ਪਰ ਜਿਹੜਾ ਬੰਦਾ ਪਾਪੀ ਹੈ, ਜਿਹੜਾ ਪਾਪ ਕਰਦਾ ਉਹਨੂੰ ਪਾਪ ਬੁਰਾ ਨਹੀਂ ਲੱਗਦਾ, ਉਹਨੂੰ ਪਾਪ ਹੀ ਚੰਗਾ ਲੱਗਦਾ। ਸਾਧ ਸੰਗਤ, ਪਾਪ ਬੁਰਾ ਪਾਪੀ ਕੋ ਪਿਆਰਾ ਕਹਿਣ ਲੱਗਾ ਵੀ ਮਾਇਆ ਕਿੱਦਾਂ ਚੁਰਾਈ ਜਾਏ। ਉਹਦੇ ਮਨ ਵਿੱਚ ਬਹੁਤ ਘਿਨਾਉਣੀ ਹਰਕਤ ਇੱਕ ਸੁਝੀ ਹੈ। ਜਾ ਕੇ ਆਪਣੀ ਮਾਂ ਨੂੰ ਕਹਿੰਦਾ, ਮਾਂ ਦੁੱਧ ਗਰਮ ਕਰਨ ਲੱਗੀ ਹੈ। ਹਾਂ ਪੁੱਤ, ਸਾਹਿਬਜ਼ਾਦੇ ਨੂੰ ਸਿਖਾਉਣਾ ਹੈ, ਮਾਤਾ ਜੀ ਨੂੰ ਸਿਖਾਉਣਾ ਹੈ। ਅੱਛਾ ਏਦਾਂ ਕਰ ਮਾਂ, ਇਹ ਦੁੱਧ ਦੇ ਵਿੱਚ ਜ਼ਹਿਰ ਪਾ ਦੇ। ਵੇ ਗੰਗੂ, ਤੇਰੀ ਮਾਤਾ ਦਾ ਨਹੀਂ ਪੈ ਗਿਆ, ਤੂੰ ਜ਼ਹਿਰ ਪਾਉਣ ਨੂੰ ਕਿਉਂ ਆਖ ਰਿਹਾ? ਮਾਂ ਤੈਨੂੰ ਨਹੀਂ ਪਤਾ ਆਪਾਂ ਬੜੇ ਗਰੀਬ ਆ। ਇਸ ਮਾਤਾ ਗੁਜਰੀ ਦੇ ਕੋਲ ਮੋਹਰਾਂ ਦੀ ਥੈਲੀ ਹੈ, ਸੋਨੇ ਦੀਆਂ ਮੋਹਰਾਂ ਹੋਣਗੀਆਂ, ਮਾਲਾ ਮਾਲ ਹੋ ਜਾਵਾਂਗੇ, ਚੰਗੀ ਜ਼ਿੰਦਗੀ ਬਸਰ ਕਰਾਂਗੇ। ਇਹਨਾਂ ਦਾ ਕੀ ਹੈ? ਇਹ ਤੇ ਬਾਗੀ ਹੋਏ ਨੇ ਸਰਕਾਰ ਤੋਂ, ਦੁੱਧ ਵਿੱਚ ਜ਼ਹਿਰ ਪਾ ਕੇ ਮਰ ਜਾਣਗੇ। ਆਪਾਂ ਮਾਇਆ ਦੇ ਮਾਲਕ। ਮਾਂ ਨੇ ਕਿਹਾ, ਵੇ ਗੰਗੂ, ਆਹ ਗੱਲ ਸੁਣ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਈ? ਉਹ ਤੇਰੀ ਐਡੀ ਮਾੜੀ ਸੋਚ, ਤੂੰ ਏਡਾ ਗਿਰਿਆ ਹੋਇਆ, ਮੈਨੂੰ ਨਹੀਂ ਸੀ ਪਤਾ ਕਿ ਮੇਰਾ ਪੁੱਤ ਹੋ ਕੇ ਤੇਰੇ ਮਨ ਦੇ ਅੰਦਰ ਆਪਣੇ ਗੁਰੂ ਤੇ ਆਪਣੇ ਗੁਰੂ ਦੇ ਸਾਹਿਬਜ਼ਾਦਿਆਂ ਪ੍ਰਤੀ ਐਡੀ ਮਾੜੀ ਸੋਚਣੀ ਆ ਸਕਦੀ ਹੈ। ਮਾਂ ਨੇ ਦੁੱਧ ਤੇ ਛਕਾ ਦਿੱਤਾ। ਰਾਤ ਹੋ ਗਈ, ਥੱਕੇ ਹੋਏ ਨੇ, ਬੰਦ ਨਵੇੜ ਕੇ ਸਾਹਿਬਜ਼ਾਦੇ ਵੀ ਸੌਂ ਗਏ, ਮਾਤਾ ਜੀ ਵੀ ਸੌਂ ਗਏ। ਇਹਨੂੰ ਲੱਗਾ ਦੀ ਰਾਤ ਨੂੰ ਸੁੱਤੇ ਪਿਆ। ਹੁਣ ਧੰਦ ਜਿਹੜਾ ਹੈ ਉਹਦੇ ਮਾਲਕ ਬਣ ਗਈ। ਆ ਗਿਆ, ਖੁੰਜੀ ਚੁੱਕ ਲਈ, ਬਾਹਰ ਜਾ ਕੇ ਆਪਣੇ ਵਿਹੜੇ ਦੇ ਅੰਦਰ ਮਿੱਟੀ ਪੁੱਟ ਕੇ ਧਰਤੀ ਵਿੱਚ ਰੱਖ ਕੇ ਉੱਪਰ ਮਿੱਟੀ ਪਾ ਕੇ ਰੌਲਾ ਪਤਾ ਕੀ ਪਾਉਂਦਾ ਹੈ? ਚੋਰ ਆ ਗਿਆ, ਚੋਰ ਆ ਗਿਆ। ਮਾਤਾ ਗੁਜਰੀ ਜੀ ਅੱਖ ਖੋਲੀ, ਕਹਿਣ ਲੱਗੇ, ਵੇ ਗੰਗੂ, ਮੈਨੂੰ ਸਾਰਾ ਕੁਝ ਪਤਾ, ਇੱਥੇ ਕੋਈ ਚੋਰ ਨਹੀਂ ਆਇਆ। ਹੁਣ ਤੁਸੀਂ ਕਹਿਣਾ ਵੀ ਮਾਤਾ ਸੁੱਤੀ ਪਈ ਸੀ, ਪਤਾ ਕਿੱਦਾਂ ਲੱਗ ਗਿਆ? ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੌਣ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਨਿਰੰਕਾਰ ਨੇ। ਤੇ ਜਿਹੜੀ ਨਿਰੰਕਾਰ ਦੀ ਮਾਤਾ ਹੈ, ਜਿਹਦੇ ਅੰਦਰ ਐਡਾ ਜਿਗਰਾ ਹੈ, ਜਿਹਦੇ ਅੰਦਰ ਐਡਾ ਸਬਰ ਹੈ, ਜਿਹਦੀ ਐਡੀ ਅਕਾਲ ਨਾਲ ਜੁੜੀ ਹੋਈ ਜੋਤ ਹੈ, ਉਹਨੂੰ ਭਲਾ ਪਤਾ ਨਹੀਂ ਲੱਗਦਾ ਕਿ ਕੀ ਵਾਪਰ ਰਿਹਾ। ਮਾਤਾ ਗੁਜਰੀ ਕਹਿਣ ਲੱਗੇ, ਗੰਗੂ, ਇੱਥੇ ਕੋਈ ਚੋਰ ਨਹੀਂ ਆਇਆ। ਜੇ ਤੈਨੂੰ ਮਾਇਆ ਦੀ ਲੋੜ ਸੀ, ਮੇਰੇ ਕੋਲੋਂ ਮੰਗ ਲੈਂਦਾ, ਮੈਂ ਤੈਨੂੰ ਆਪਣੇ ਆਪ ਦੇ ਦੇਣੀ ਸੀ। ਕਹਿਣ ਲੱਗਾ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤੇ ਮੈਂ ਚੋਰ ਹਾਂ, ਮਾਇਆ ਮੈਂ ਚੁੱਕੀ ਹੈ। ਹਾਂ ਗੰਗੂ, ਮਾਇਆ ਤੇ ਤੈਂ ਚੁੱਕੀ ਹੈ, ਤੇ ਜੇ ਤੈਨੂੰ ਲੋੜ ਸੀ ਮੰਗ ਕੇ ਲੈ ਲੈਂਦਾ, ਅਸੀਂ ਤੈਨੂੰ ਮਾਇਆ ਬਣਾ ਦੇਣੀ ਸੀ। ਉਹ ਅਸਤੇ ਪੰਡਾ ਬੰਨੀਆਂ ਮਾਇਆ ਦੀਆਂ ਜੇਵਰਾਤਾਂ ਦੀਆਂ ਹੀਰੇ ਜਵਾਹਰਾਤ ਦੀਆਂ ਉਹ ਸਰਸਾਂ ਦੇ ਵਿੱਚ ਭੇਟ ਕਰਕੇ ਆਏ ਆ, ਤੇ ਤੂੰ ਇੰਨੀ ਕੁ ਮਾਇਆ ਤੇ ਡੋਲ ਗਿਆ। ਕਹਿਣ ਲੱਗਾ, ਤੁਸੀਂ ਮੈਨੂੰ ਬਾਗੀ ਬਣਾਤਾ, ਤੁਸੀਂ ਮੈਨੂੰ ਪਾਪੀ ਬਣਾਤਾ। ਉਹ ਇੱਕ ਤੁਸੀਂ ਸਰਕਾਰ ਦੇ ਬਾਗੀ, ਜੇ ਤੁਹਾਨੂੰ ਕੋਈ ਗੁਨਾਹ ਦਵੇ, ਉਹਦੇ ਸਿਰ ਤੇ ਮੌਤ ਦਾ ਖਤਰਾ, ਮੈਂ ਮੌਤ ਨਾਲ ਜੂਝ ਕੇ ਤੁਹਾਨੂੰ ਆਪਣੇ ਘਰੇ ਰਾਤ ਕਟਾਉਣ ਰਿਹਾ, ਤੇ ਤੁਸੀਂ ਆਖਦੇ ਹੋ ਕਿ ਮੈਂ ਚੋਰੀ ਕੀਤੀ ਆ। ਹੁਣ ਤੁਹਾਨੂੰ ਮੈਂ ਸਬਕ ਦੇਣਾ ਹੈ। ਇਹ ਭੱਜਾ ਗਿਆ ਮਰਿੰਡੇ ਥਾਣੇ, ਲਾਗੇ ਪਿੰਡ ਦੇ ਮੁੰਡਾ ਪੈਂਦਾ ਹੈ, ਉੱਥੇ ਜਾਨੀ ਖਾਂ, ਮਾਨੀ ਖਾਂ, ਦੋ ਕੋਤਵਾਲ, ਦੋ ਉੱਥੇ ਦੇ ਥਾਣੇਦਾਰ, ਉਹਨਾਂ ਨੂੰ ਜਾ ਕੇ ਇਤਲਾਹ ਕੀਤੀ ਕਿ ਗੁਰੂ ਦੇ ਸਾਹਿਬਜ਼ਾਦੇ, ਗੁਰੂ ਦੀ ਮਾਂ ਮੇਰੇ ਘਰ ਵਿੱਚ ਆਣ ਕੇ ਗ੍ਰਿਫਤਾਰ ਕਰ ਲਓ। ਲਓ ਜੀ, ਉਹ ਜਾਨੀ ਖਾਂ ਤੇ ਮਾਨੀ ਖਾਂ ਬੜੀ ਕਾਹਲੀ ਦੇ ਨਾਲ ਗ੍ਰਿਫਤਾਰ ਕਰਨ ਵਾਸਤੇ ਸਾਹਿਬਜ਼ਾਦੇ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ। ਹੱਥ ਕੜੀਆਂ ਹੱਥ ਵਿੱਚ ਲੈ ਕੇ ਜਦੋਂ ਘਰ ਵਿੱਚ ਦਾਖਲ ਹੋਏ ਨਾ, ਮਾਤਾ ਗੁਜਰੀ ਜੀ ਦੀ ਇਸ ਹਾਲਤ ਨੂੰ ਜਦੋਂ ਗੰਗੂ ਦੀ ਮਾਂ ਸੋਭੀ ਨੇ ਵੇਖਿਆ, ਉਹਨੇ ਆਪਣੇ ਸਿਰ ਦੀਆਂ ਮੀੜੀਆਂ, ਆਪਣੇ ਸਿਰ ਦੇ ਵਾਲ ਖਿਲਾ ਕੇ ਨਾ ਆਪਣੇ ਪੁੱਤ ਦਾ ਪਿੱਟ ਸਿਆਪਾ ਕੀਤਾ ਸੀ। ਇਤਿਹਾਸ ਕਹਿੰਦਾ ਹੈ ਇਹੋ ਜਿਹੀਆਂ ਮਾਵਾਂ ਹੋਣੀਆਂ ਚਾਹੀਦੀਆਂ ਨੇ।
ਮਾਵਾਂ ਤੇ ਚਾਹੁੰਦੀਆਂ ਵੀ ਮੇਰਾ ਪੁੱਤ ਚੰਗੇ ਰਾਹ ਪਵੇ, ਪਰ ਜਦੋਂ ਪੁੱਤ ਬਣ ਜਾਏ ਫਿਰ ਮਾਂ ਨੂੰ ਅਖੀਰ ਕਹਿਣਾ ਹੀ ਪੈਂਦਾ ਵੀ ਤੇਰੇ ਨਾਲੋਂ ਤੇ ਮੇਰੇ ਘਰ ਵਿੱਚ ਕੋਈ ਪੁੱਤਰ ਹੀ ਨਾ ਹੁੰਦਾ, ਮੈਂ ਉੱਧਰ ਹੀ ਮਰ ਜਾਂਦੀ ਤਾਂ ਹੀ ਚੰਗਾ ਸੀ। ਮੇਰੀ ਮੁੱਖ ਨੂੰ ਦਾਗ ਲਾਉਣ ਲੱਗਿਆ। ਉਸ ਮਾਂ ਨੇ ਆਪਣੇ ਪੁੱਤ ਦਾ ਫਿਰ ਸਿਆਪਾ ਕੀਤਾ, ਫਿਰ ਤੇਰਾ ਰਹਿ ਕੱਖ ਨਾ। ਉਹ ਜੇ ਕਿਤੇ ਤੂੰ ਇਹਨਾਂ ਸਾਹਿਬਜ਼ਾਦਿਆਂ ਨੂੰ, ਆਸ ਮਾਤਾ ਨੂੰ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਵਾਲੇ ਕਰ ਦਿੰਦਾ, ਉਹ ਤੂੰ ਇੰਨੀ ਕੁ ਮੋਹਰਾਂ ਦੇ ਪਿੱਛੇ ਮਰ ਗਿਆ, ਪਤਾ ਨਹੀਂ ਗੁਰੂ ਤੈਨੂੰ ਕਿੰਨੀ ਕੁ ਧਨ ਦੌਲਤ ਦੇ ਕੇ ਨਵਾਜਣਾ ਸੀ। ਉਹ ਤੇਰਾ ਦੁਨੀਆ ਤੇ ਨਾਮ ਰਹਿ ਜਾਣਾ ਸੀ। ਹੁਣ ਤੂੰ ਪਾਪ ਖੱਟਿਆ ਹੈ, ਇਹ ਐਡਾ ਭੈੜਾ ਕਰਮ ਕੀਤਾ ਹੈ। ਦੁਨੀਆ ਦੇ ਤਖਤੇ ਤੇ ਰਹਿੰਦੀ ਦੁਨੀਆ ਤੱਕ ਇਹ ਮੇਰੀ ਕੁੱਖ ਦਾ ਮਾੜਾ ਦਾਗ ਹੁਣ ਕਦੇ ਲੈ ਨਹੀਂ ਸਕੇਗਾ। ਉਹਨਾਂ ਪਾਪੀਆਂ ਨੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ, ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ, ਤੇ ਗੰਗੂ ਨੇ ਆਪਣੇ ਘਰ ਅੰਦਰ ਰੱਖ ਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਪਾਪ ਪਾਇਆ। ਉਹਦੇ ਮਨ ਵਿੱਚ ਜਿਹੜਾ ਵੀ ਰਹਿਮ ਨਹੀਂ ਆਇਆ। ਮਾਤਾ ਗੁਜਰੀ ਜੀ ਕਹਿਣ ਲੱਗੇ, ਵੇ ਗੰਗੂ ਐਡਾ ਪਾਪ ਨਾ ਕਮਾ, ਪਾਪ ਬੜਾ ਬੁਰਾ ਹੁੰਦਾ ਹੈ, ਇਹਦਾ ਨਤੀਜਾ ਭੁਗਤਣਾ ਪੈ ਜਾਂਦਾ ਹੈ। ਪਰ ਗੰਗੂ ਜੀ ਮਨ ਤੇ ਪਰਦਾ ਪਿਆ ਹੋਇਆ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਜਿਹੜਾ ਬੰਦਾ ਮਾਇਆ ਨਾਲ ਪਿਆਰ ਕਰਦਾ ਹੈ ਨਾ, ਉਹਦਾ ਮਨ ਜਿਹੜਾ ਬੁਰਾ ਵੀ ਹੋ ਜਾਂਦਾ ਤੇ ਅੰਨਾ ਵੀ ਹੋ ਜਾਂਦਾ। ਮਾਇਆ ਧਾਰੀ ਅਤ ਅੰਨਾ ਬੋੜਾ, ਸ਼ਬਦ ਨਾ ਸੁਣੀ ਪਰ ਰੋੜ ਕਚੋੜਾ। ਉਹ ਅੰਨਾ ਵੀ ਤੇ ਬੋੜਾ ਵੀ, ਉਹ ਕੁਝ ਨਹੀਂ ਵੇਖਦਾ ਵੀ ਮੈਂ ਪਾਪ ਕਰ ਰਿਹਾ ਕਿ ਪੁੰਨ ਕਰ ਰਿਹਾ, ਮੈਂ ਕਿਸੇ ਦਾ ਹੱਕ ਮਾਰ ਰਿਹਾ ਕਿ ਮੈਂ ਕਿਸੇ ਨੂੰ ਕੁਝ ਵੰਡ ਰਿਹਾ, ਉਹ ਨਹੀਂ ਵੇਖਦਾ। ਉਹ ਤੇ ਜੋ ਕੁਝ ਹੱਥ ਆਉਂਦਾ ਬਸ ਪਾਪ ਕਰਕੇ ਲੁੱਟੀ ਚਲੋ, ਪਾਪ ਕਰਕੇ ਲੁੱਟੀ ਚਲੋ। ਐਸਾ ਮਾਇਆ ਧਾਰੀ ਬਣਿਆ। ਇਹ ਗੰਗੂ ਬ੍ਰਾਹਮਣ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ, ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ। ਕਿਹੜਾ ਇਹਨੇ ਪਾਪ ਕਮਾਇਆ? ਉਹਨਾਂ ਲਈ ਇਹਨਾਂ ਦਾ ਮਨ ਢੱਡ ਜੇ ਸਭ ਜਿਹੇ
ਨੂੰ ਚਰਾਉਣ ਦੀ ਬਿਆਂਤ ਕਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਤਨ ਨੂੰ ਚਰਾਉਣ ਦੀ ਬਿਆਂਤ ਕਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਮਾਇਆ ਬਣੀ ਨੂੰ ਦੱਸਦਾ ਵਿਚਾਰੇ ਇਹਨਾਂ ਨੂੰ ਹੀ ਜ਼ਹਿਰ ਦੇ ਕੇ ਦੇਣਾ ਮਾਰੇ ਮਾਇਆ ਬਣੀ ਨੂੰ ਦੱਸਦਾ ਵਿਚਾਰੇ ਇਹਨਾਂ ਨੂੰ ਹੀ ਜ਼ਹਿਰ ਦੇ ਕੇ ਦੇਣਾ ਮਾਰੇ ਪਾਪ ਕਰ ਮਨ ਨਹੀਂ ਉਹ ਡਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਪਾਪ ਕਰ ਮਨ ਨਹੀਂ ਉਹ ਡਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਮਾਂ ਕਹਿੰਦੀ ਪੈਰਾ ਕਰ ਮਨ ਮਾਈ ਨਾ ਪਾਪੀ ਬਣ ਮੇਰੀ ਪੁੱਤ ਦਾਗ ਲਾਈ ਨਾ ਮਾਂ ਕਹਿੰਦੀ ਪੈਰਾ ਕਰ ਮਨ ਮਾਈ ਨਾ ਪਾਪੀ ਬਣ ਮੇਰੀ ਪੁੱਤ ਦਾਗ ਲਾਈ ਨਾ ਦਿਲ ਮਾੜਾ ਦੁਖੀ ਹੋਇਆ ਹੋ ਕੇ ਭਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਦਿਲ ਮਾੜਾ ਦੁਖੀ ਹੋਇਆ ਹੋ ਕੇ ਭਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਮਾਇਆ ਚੋਰੀ ਕਰ ਪਾਪੀ ਕਹਿਣਾ ਏ ਤਿੰਨਾਂ ਤਾਈ ਪੁਲਿਸ ਨੂੰ ਪਕੜਾਇਆ ਏ ਮਾਇਆ ਚੋਰੀ ਕਰ ਪਾਪੀ ਕਹਿਣਾ ਏ ਤਿੰਨਾਂ ਤਾਈ ਪੁਲਿਸ ਨੂੰ ਪਕੜਾਇਆ ਏ ਸੁਖਵਿੰਦਰ ਮੰਡਾਰੀ ਹੈ ਬਿਆਨ ਕਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਸੁਖਵਿੰਦਰ ਮੰਡਾਰੀ ਹੈ ਬਿਆਨ ਕਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਬਣਿਆ ਗਦਾ ਰੰਗੂ ਗੁਰੂ ਕਰਦਾ ਬਣਿਆ ਕਦਾਰ ਗੰਗੂ ਗੁਰੂ ਕਰਦਾ ਗੰਗੂ ਰਸੋਈਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਉਂਦਾ ਹੈ ਆਪਣੇ ਘਰ ਪਿੰਡ ਖੇੜੀ ਤੋਂ ਗ੍ਰਿਫਤਾਰ ਕਰਵਾਏ ਗ੍ਰਿਫਤਾਰ ਕਿਸ ਢੰਗ ਦੇ ਨਾਲ ਕੀਤੇ ਗਏ ਉਹ ਜਾਨੀ ਖਾਨ ਤੇ ਮਾਨੀ ਖਾਨ ਦੋ ਥਾਣੇਦਾਰ ਉਹਨਾਂ ਦੇ ਕੋਲ ਹੱਥਕੜੀਆਂ ਨੇ ਜਿਹੜੀਆਂ ਹੱਥਾਂ ਨੂੰ ਲਾ ਕੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਪਰ ਉਹ ਹੱਥਕੜੀਆਂ ਕੰਮ ਨਹੀਂ ਆਈਆਂ ਕਿਉਂ ਜਿਹੜੇ ਸਾਹਿਬਜ਼ਾਦੇ ਇਹਨਾਂ ਦੀ ਉਮਰ ਬਹੁਤ ਛੋਟੀ ਹੈ ਉਮਰ ਛੋਟੀ ਹੋਣ ਕਰਕੇ ਜਿਹੜੇ ਗੁੱਟ ਨੇ ਬਹੁਤ ਬਰੀਕ ਨੇ ਬੜੇ ਪਤਲੇ ਨੇ ਬੜੇ ਨਾਜ਼ੁਕ ਨੇ ਤੇ ਉਹਨਾਂ ਗੁੱਟਾਂ ਦੇ ਨਾਪ ਦੀ ਹੱਥਕੜੀ ਨਾ ਜ਼ਾਲਮਾਂ ਦੇ ਕੋਲ ਆਏ ਨੇ ਉਹ ਹੱਥਕੜੀ ਵੱਡੀ ਹੈ
ਤੇ ਮਾਤਾ ਗੁਜਰ ਕੌਰ ਜੀ 90 ਸਾਲ ਦੇ ਕੋਲ ਢੁੱਗੀ ਹੋਈ ਉਮਰ ਹੈ। ਐਡੀ ਬਿਰਧ ਉਮਰ ਦੇ ਅੰਦਰ ਬੰਦੇ ਦਾ ਜਿਹੜਾ ਮਾਸ ਹੈ ਤੇ ਜਿਹੜਾ ਸਰੀਰ ਹੈ ਬਹੁਤ ਕਮਜ਼ੋਰ ਪੈ ਜਾਂਦਾ ਹੈ। ਛੋਟੇ ਛੋਟੇ ਗੁੱਟ ਹੋਣ ਕਰਕੇ ਵੈਸੇ ਸੰਤ ਮਾਤਾ ਗੁਜਰੀ ਜੀ ਉਹਨਾਂ ਵਰਗਾ ਕੋਈ ਤਾਕਤਵਰ, ਉਹਨਾਂ ਵਰਗਾ ਕੋਈ ਜੋਸ਼ੀਲਾ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਹੋਰ ਹੈਗਾ। ਸਾਡੀਆਂ ਸ਼ਖਸੀਅਤਾਂ ਜਿਹੜੀਆਂ ਔਰਤਾਂ ਦੀਆਂ ਸ਼ਖਸੀਅਤਾਂ ਨੇ ਦੁਨੀਆ ਦੀਆਂ, ਉਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਗਿਣਿਆ ਜਾਂਦਾ ਮਾਤਾ ਗੁਜਰੀ ਜੀ, ਕਿਉਂਕਿ ਉਹਨਾਂ ਦਾ ਕਾਰਨਾਮਾ ਬਹੁਤ ਵੱਡਾ ਹੈ। ਕੇਵਲ ਇਹ ਨਹੀਂ ਕਿ ਗੁਰੂ ਗੋਬਿੰਦ ਤੇਗ ਬਹਾਦਰ ਮਹਾਰਾਜ ਨੇ ਸ਼ਹੀਦੀ ਦਿੱਤੀ ਹੈ, ਪਰ ਆਪਣੇ ਸਿਰ ਦੇ ਸਾਈ ਨੂੰ ਆਪਣੀਆਂ ਅੱਖਾਂ ਸਾਹਮਣੇ ਤੋਰਨਾ, ਜਦ ਪੁੱਤ 9 ਸਾਲ ਦਾ ਆਪਣੇ ਕੋਲ ਹੋਵੇ, ਤੇ ਹੈ ਕਿਸੇ ਮਾਂ ਦਾ ਜਿਗਰਾ ਨਹੀਂ, ਕਿਸੇ ਕੋਲ ਐਡਾ ਜਿਗਰਾ ਨਹੀਂ। ਇਹ ਜਿਗਰਾ ਜਿਹੜਾ ਹੈ ਮਾਤਾ ਗੁਜਰੀ ਜੀ ਨੂੰ ਮਿਲਿਆ ਹੋਇਆ ਹੈ। ਤੇ ਮਾਤਾ ਗੁਜਰੀ ਜੀ ਨੇ 26 ਸਾਲ ਤਪੱਸਿਆ ਕੀਤੀ। 26 ਸਾਲ ਤਪੱਸਿਆ ਕਰਨ ਤੋਂ ਬਾਅਦ ਆਪਣੇ ਘਰ ਦੇ ਅੰਦਰ ਕੋਈ ਬਾਲ ਦੇਖਿਆ, ਆਪਣਾ ਪੁੱਤ ਗੋਦੀ ਵਿੱਚ ਖੜਾਇਆ। ਐਡੀ ਤਪੱਸਿਆ ਜਿਹੜੀ ਕੀਤੀ ਗਈ ਨਾ, ਇਹ ਉਹਦਾ ਕਰਨੀਨਾਮਾ ਸੀ ਕਿ ਮਾਤਾ ਗੁਜਰੀ ਜੀ ਦੇ ਅੰਦਰ ਉਸ ਪਰਮਾਤਮਾ ਦਾ ਦਿੱਤਾ ਹੋਇਆ ਸਬਰ ਤੇ ਉਹਦੀ ਭਰੀ ਹੋਈ ਸਪਿਰਿਟ ਕੰਮ ਕਰ ਰਹੀ ਸੀ। ਉਹਦਾ ਜੋਸ਼ ਅੱਜ ਦੇ ਸਾਰੇ ਜਿੰਨੇ ਵੀ ਲੋਕ ਨੇ, ਉਸ ਸਮੇਂ ਜਿੰਨੇ ਵੀ ਲੋਕ ਸਨ, ਉਹਨਾਂ ਨਾਲੋਂ ਕਿਤੇ ਵੱਧ ਕੇ ਸੀ। ਤੇ ਮਾਤਾ ਗੁਜਰੀ ਜੀ ਸਰੀਰਕ ਤੌਰ ਤੇ ਵੇਖਿਆ ਜਾਏ, ਉਹਨਾਂ ਦੇ ਗੁੱਟ ਬੜੇ ਬਰੀਕ ਹੋ ਚੁੱਕੇ ਆ, ਹੱਥਕੜੀ ਨਹੀਂ ਲੱਗੀ। ਇਹਨਾਂ ਜ਼ਾਲਮਾਂ ਨੇ ਗੰਗੂ ਦੇ ਘਰੋਂ ਰੱਸਾ ਲਿਆ, ਰੱਸਾ ਲੈ ਕੇ ਸਾਹਿਬਜ਼ਾਦਿਆਂ ਦੇ ਤੇ ਮਾਤਾ ਜੀ ਦੇ ਗੁੱਟ ਨੂੜ ਕੇ ਬੰਨ ਲੈ, ਰੱਸੇ ਦੇ ਨਾਲ ਨੂੜ ਕੇ ਬੰਨ ਲੈ ਤੇ ਗੱਡਿਆਂ ਦੇ ਬਿਠਾ ਲੈ। ਤੁਰ ਪਏ ਖੇੜੀ ਪਿੰਡ ਤੋਂ ਮੋਰਿੰਡੇ ਵੱਲ, ਥਾਣੇ ਲੈ ਕੇ ਜਾਣਾ ਹੈ। ਇਹ ਸਾਧ ਸੰਗਤ 10 ਪੋਹ ਦਾ ਦਿਨ ਚੜਿਆ ਹੋਇਆ ਹੈ ਤੇ ਰਾਹ ਵਿੱਚ ਜਾਂਦਿਆਂ ਜਾਂਦਿਆਂ ਖੂਹ ਦੇ ਉੱਪਰ ਮੁਟਿਆਰਾਂ ਕੁੜੀਆਂ ਪਾਣੀ ਭਰ ਰਹੀਆਂ ਨੇ। ਉਹ ਪਾਣੀ ਭਰਦੀਆਂ ਕੀ ਵੇਂਦੀਆਂ ਨੇ ਵੀ ਗੱਡੇ ਦੇ ਉੱਪਰ ਨੂੜੇ ਹੋਏ 3 ਇਨਸਾਨ ਬੈਠੇ ਨੇ, ਉਹਨਾਂ ਵਿੱਚ ਇੱਕ ਬਿਰਧ ਮਾਤਾ ਹੈ, 2 ਨਿੱਕੇ ਨਿੱਕੇ ਬੱਚੇ ਨੇ। ਉਹ ਆਪਸ ਵਿੱਚ ਹੈਰਾਨ ਹੋ ਕੇ ਗੱਲਾਂ ਕਰਦੀਆਂ, ਇੱਕ ਦੂਜੇ ਨੂੰ ਕਹਿੰਦੀ ਭੈਣੇ, ਆ ਜਿਹੜੇ ਪੁਲਿਸ ਨੇ ਫੜੇ ਹੋਏ ਆ ਮੁਲਜ਼ਮ, ਇਹਨਾਂ ਨੇ ਭਲਾ ਕੀ ਜ਼ੁਲਮ ਕੀਤਾ ਹੋ? ਆ ਜਿਹੜੇ ਛੋਟੇ ਛੋਟੇ ਬੱਚੇ ਆ ਨਾ, ਕੀ ਪਾਪ ਕੀਤਾ ਹੋ? ਇਹਨਾਂ ਨੇ ਕੀ ਐਡਾ ਭੈੜਾ ਕੰਮ ਕਰਤਾ ਵੀ ਪੁਲਿਸ ਨੇ ਇਹਨਾਂ ਨੂੰ ਨੂੜ ਕੇ ਬੰਨਿਆ ਹੋਇਆ? ਆ ਐਡੀ ਬਿਰਧ ਮਾਤਾ, ਐਡੀ ਸਿਆਣੀ, ਐਡੀ ਬਜ਼ੁਰਗ, ਇਹਨੇ ਭਲਾ ਕੀ ਪਾਪ